ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਆਪਾਂ ਕੱਲ੍ਹ ਵਿਚਾਰ ਕੀਤੀ ਸੀ ਕਿ ਜਦੋਂ ਮਾਤਾ ਜੀ ਨੂੰ ਆ ਕੇ ਭਗਤ ਜੀ ਨੇ ਪੁੱਛਿਆ, ਧਰੂ ਭਗਤ ਜੀ ਨੇ, ਕਿ ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ। ਤੇ ਮਾਤਾ ਜੀ ਨੇ ਫਿਰ ਉੱਤਰ ਦਿੱਤਾ ਕਿ ਬੇਟਾ, ਪਰਮੇਸ਼ਰ ਆਰਾਧੀਏ ਜਿੱਦੂ ਹੋਈਏ ਪਤਤ ਪਨੀਤਾ। ਗੁਰੂ ਮਹਾਰਾਜ ਕਹਿੰਦੇ ਕਿ ਸ਼੍ਰੀ ਰਾਗ ਮਹੱਲਾ ਪੰਜਵਾ, ਭਾਈ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ। ਜੇਕਰ ਤੇਰੇ ਮਨ ਵਿੱਚ, ਜੇਕਰ ਤੇਰੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਯਾਦ ਆ ਗਈ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਤੇਰੇ ਹਿਰਦੇ ਵਿੱਚ ਯਾਦ ਟਿਕ ਗਈ ਆ ਕੇ, ਭਾਈ ਤੈਨੂੰ ਸਭੇ ਥੋਕ, ਸਭੇ ਮਤਲਬ ਸਭੇ ਦਾ ਮਤਲਬ ਹੈ ਸਾਰੇ, ਸਾਰਾ ਕੁਛ ਹੀ, ਜਿੰਨਾ ਕੁਛ ਤੈਨੂੰ ਚਾਹੀਦਾ ਉਹ ਥੋਕ, ਜਿਹਦੇ ਵਿੱਚ ਧਰਮ ਵੀ ਆ, ਜਿਹਦੇ ਵਿੱਚ ਤੇਰਾ ਅਰਥ ਵੀ ਆ, ਜਿਹਦੇ ਵਿੱਚ ਤੇਰਾ ਕਾਮ ਵੀ ਆ, ਅਤੇ ਜਿਹਦੇ ਵਿੱਚ ਤੇਰਾ ਮੋਖ ਵੀ ਆ, ਮੁਕਤੀ ਵੀ ਆ, ਅਤੇ ਤੇਰੀਆਂ ਜ਼ਿੰਦਗੀ ਦੀਆਂ ਮਨ ਚਾਹੀਆਂ ਕਾਮਨਾਵਾਂ ਵੀ ਨੇ, ਉਹ ਵੀ ਤੇਰੀਆਂ ਪੂਰੀਆਂ ਹੋ ਜਾਣਗੀਆਂ। ਪ੍ਰਾਪਤ ਹੋ ਜਾਂਦੇ ਹਨ। ਕਦੋਂ ਹੋ ਜਾਂਦੇ ਹਨ ਪ੍ਰਾਪਤ? ਜੇ ਆਵੈ ਇੱਕ ਹੱਥ, ਜਦੋਂ ਤੇਰੇ ਦਿਲ ਵਿੱਚ, ਜਦੋਂ ਤੇਰੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਟਿਕ ਗਈ, ਤੇਰੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਯਾਦ ਆ ਕੇ ਵਸਣ ਲੱਗ ਗਈ। ਅਤੇ ਉਹਦਾ ਫਲ ਤੈਨੂੰ ਕੀ ਹੋਏਗਾ ਭਾਈ? ਜਨਮ ਪਦਾਰਥ ਸਫਲ ਹੈ। ਇਹ ਤੈਨੂੰ ਜਨਮ ਕਮਾਉਣ ਵਾਸਤੇ ਮਿਲਿਆ। ਇਹ ਜਿਹੜਾ ਸਰੀਰ ਤੈਨੂੰ ਮਿਲਿਆ, ਇਹ ਪਦਾਰਥ ਮਿਲਿਆ ਹੋਇਆ, ਇਹ ਪੰਜ ਤੱਤ ਦੇ ਵਿੱਚੋਂ ਜਨਮਿਆ ਹੋਇਆ ਭਾਈ ਇਹ ਪਦਾਰਥ ਆ। ਇਹਦੀ ਸਫਲਤਾ ਕਦੋਂ ਹੋਣੀ ਆ? ਜਦੋਂ ਤੂੰ ਇਹਦੇ ਨਾਲ, ਇਹਦੀ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪੇਗਾ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਗੁਰੂ ਜੀ ਕੁਐਸਚਨ ਕਰਦੇ ਆ ਕਿ ਸਰੀਰਾ, ਜਿਸ ਵਾਹਿਗੁਰੂ ਨੇ ਭਾਈ ਤੈਨੂੰ ਰਚਨ ਰਚਿਆ ਸੀ ਤੇਰਾ, ਤੂੰ ਉਸ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਵਸਾਇਆ। ਇਸ ਕਰਕੇ ਇਹ ਜਨਮ ਦਾ, ਇਸ ਜਨਮ ਪਦਾਰਥ ਦੀ ਸਫਲਤਾ ਕਦੋਂ ਹੈ? ਮਹਾਰਾਜ ਕਹਿੰਦੇ ਨੇ ਕਿ ਜੇ ਸੱਚਾ ਸ਼ਬਦ ਕਥ, ਕਥ ਦਾ ਮਤਲਬ ਤੂੰ ਉਚਾਰਨ ਕਰੇਗਾ, ਕਥਨ ਕਰੇਗਾ, ਤੇਰੀ ਜ਼ਿੰਦਗੀ ਦੇ ਵਿੱਚ, ਤੇਰੀ ਰਸਨਾ ਦੇ ਵਿੱਚ, ਤੇਰੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦੀ ਯਾਦ ਆ ਕੇ ਬਸੇਗੀ। ਅਤੇ ਉਸ ਫਲ ਦੇ ਨਾਲ ਕੀ ਹੋਏਗਾ ਭਾਈ? ਗੁਰ ਤੇ ਮਹਿਲ ਪ੍ਰਾਪਤੇ। ਮਹਿਲ ਹੋ ਗਿਆ ਤੇਰੀ ਅਵਸਥਾ। ਜਿਹੜਾ ਮਨ ਉਸ ਪਰਮਾਤਮਾ ਤੋਂ ਵਿਛੜ ਕੇ ਹੁਣ ਕਲਪਿਆ ਹੋਇਆ ਹੈ, ਦੁਖੀ ਹੋਇਆ ਹੈ, ਅਤੇ ਉਹ ਕਿੱਥੇ ਚਲਾ ਜਾਏਗਾ? ਮਹਿਲ ਦੇ ਵਿੱਚ ਚਲਾ ਜਾਏਗਾ, ਆਪਦੇ ਘਰ ਵਿੱਚ ਚਲਾ ਜਾਏਗਾ। ਗੁਰ ਤੇ ਮਹਿਲ, ਉਸ ਗੁਰੂ ਦੇ ਸ਼ਬਦ ਨੂੰ ਕਥਨ ਕਰਨ ਕਰਕੇ ਮਹਿਲ ਪ੍ਰਾਪਤੇ। ਮਹਿਲ ਦਾ ਮਤਲਬ ਹੋ ਗਿਆ ਉਸ ਜਗ੍ਹਾ ਦੇ ਵਿੱਚ ਚਲਾ ਗਿਆ ਜਿੱਥੋਂ ਇਹ ਵਿਛੜਿਆ ਹੋਇਆ ਹੈ। ਜਦੋਂ ਉਹ ਸੱਚਾ ਸ਼ਬਦ ਇਸ ਸਰੀਰ ਨੇ, ਇਸ ਜੀਵ ਨੇ, ਇਸ ਮਨ ਨੇ ਇਕਾਗਰ ਚਿੱਤ ਹੋ ਕੇ ਕਥਨ ਕਰਨਾ ਸ਼ੁਰੂ ਕੀਤਾ ਭਾਈ, ਉਹਦੇ ਨਾਲ ਕੀ ਹੋ ਗਿਆ? ਇਹਦੇ ਹਿਰਦੇ ਦੇ ਵਿੱਚ, ਇਹਦੇ ਮੱਥੇ ਦੇ ਉੱਤੇ ਇੱਕ ਭਾਗ ਬਣਿਆ, ਇਹਦੇ ਹਿਰਦੇ ਦੇ ਵਿੱਚ ਮੰਥਨ ਬਣਿਆ, ਮੱਥੇ ਦੇ ਉੱਤੇ ਇਹ ਸ਼ਬਦ ਲਿਖਿਆ ਹੋਇਆ ਕਿ ਜੀ ਇਸ ਨੇ ਪਰਮਾਤਮਾ ਦਾ ਨਾਮ ਕਥਨ ਕੀਤਾ ਹੈ, ਜਪਿਆ ਹੈ। ਉਹਦੇ ਫਲ ਸਦਕਾ, ਉਹਦੇ ਰਿਵਾਰਡ ਸਦਕਾ ਉਹਨੂੰ ਕੀ ਮਿਲਿਆ? ਗੁਰ ਤੇ ਮਹਿਲ ਪ੍ਰਾਪਤੇ। ਉਸ ਗੁਰੂ ਨੇ ਇਸ ਨੂੰ ਮਹਿਲ ਦੇ ਦਿੱਤਾ, ਇਹਦਾ ਇਕਾਂਤ ਦਾ ਟਿਕਾਣਾ ਦੇ ਦਿੱਤਾ, ਮਨ ਦੀ ਭਟਕਣਾ ਰੁਕ ਗਈ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਭਾਈ ਮੇਰੇ ਮਨ ਏਕ ਸਿਉ ਚਿੱਤ ਲਾਏ, ਆਪਦੀ ਚਿੱਤ ਬਿਰਤੀ ਪ੍ਰਭ ਕੀ ਉਸਤਤ, ਕਰਹੁ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਕਾਗਰ ਚਿੱਤ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਾਈ ਉਸਤਤੀ ਕਰਨੀ ਸ਼ੁਰੂ ਕਰ। ਮੇਰੇ ਮਨ ਏਕ ਸਿਉ ਚਿੱਤ ਲਾਏ, ਕਿਉਂਕਿ ਜੇ ਤੂੰ ਉਸ ਨਾਲ ਚਿੱਤ ਨਹੀਂ ਲਾਏਗਾ, ਏਕ ਸਵਿਨ ਸਭ ਧੰਦ ਹੈ, ਇਹ ਧੰਦੇ ਦੇ ਵਿੱਚ ਤੇਰੀ ਜ਼ਿੰਦਗੀ ਲੰਘ ਜਾਏਗੀ। ਧੰਦਾ ਫਿਰ ਜਿਹੜੀ ਚੀਜ਼ ਨੂੰ ਅਸੀਂ ਇਕੱਠਾ ਕਰਦੇ ਹਾਂ, ਜਿਹਦੇ ਲਈ ਅਸੀਂ ਬਹੁਤ ਭੱਜ ਦੌੜ ਕਰੀਏ ਪਰ ਸਾਡੇ ਹੱਥ ਵੀ ਕੁਛ ਨਾ ਆਵੇ। ਸੋ ਮਹਾਰਾਜ ਕਹਿੰਦੇ ਨੇ ਕਿ ਬਿਨਾਂ ਪਰਮਾਤਮਾ ਦੇ ਨਾਮ ਤੋਂ ਜੇਕਰ ਤੂੰ ਇਕੱਲਾ ਧੰਦਾ ਹੀ ਕਰਦਾ ਰਿਹਾ ਭਾਈ, ਸਭ ਮਿੱਥਿਆ। ਤੂੰ ਫੜਨਾ ਚਾਹੇਗਾ, ਐਂਡ ਆਫ ਦੀ ਡੇ ਤੂੰ ਇਸ ਨੂੰ ਪਕੜਨਾ ਚਾਹੇਗਾ, ਪਰ ਮੋਹ ਮਾਏ ਇਹ ਤੇ ਤੋਂ ਪਕੜਿਆ ਨਹੀਂ ਜਾਣਾ।
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਭਾਈ ਲੱਖ ਖੁਸ਼ੀਆਂ ਪਾਤਸ਼ਾਹੀਆਂ। ਹੁਣ ਜਿਹੜਾ ਇਹ ਸ਼ਬਦ ਅਸੀਂ ਸਾਡੇ ਰਾਗੀ ਸਿੰਘਾਂ ਨੂੰ ਕਈ ਵਾਰੀ ਕਹਿ ਕੇ ਵੀ ਕਰਵਾਉਂਦੇ ਹਾਂ ਪਾਠ ਕਿ ਤੁਸੀਂ ਇਹ ਸ਼ਬਦ ਦਾ ਉਚਾਰਨ ਕਰੋ। ਹੁਣ ਲੱਖ ਖੁਸ਼ੀਆਂ ਪਾਤਸ਼ਾਹੀਆਂ। ਪਹਿਲਾਂ ਆਪਾਂ ਅੰਡਰਸਟੈਂਡ ਕਰੀਏ ਕਿ ਗੁਰਮਤਿ ਦੇ ਵਿੱਚ ਪਾਤਸ਼ਾਹੀ ਕੀ ਹੁੰਦੀ ਆ। ਗੁਰੂ ਮਹਾਰਾਜ ਕਹਿੰਦੇ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਭਾਈ ਸਿਫਤ ਸਲਾਹ, ਉਸ ਵਾਹਿਗੁਰੂ ਦੀ ਵਡਿਆਈ ਪਰਮਾਤਮਾ ਬਖਸ਼ ਦਿੰਦਾ ਹੈ। ਨਾਨਕ ਪਾਤਸ਼ਾਹੀ ਪਾਤਸ਼ਾਹੋ। ਉਹ ਕੀ ਹੁੰਦਾ ਹੈ ਇਨਸਾਨ? ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੁੰਦਾ ਹੈ। ਤੇ ਹੁਣ ਪਾਤਸ਼ਾਹ ਕੌਣ ਹੈ ਸਾਡੇ ਲਈ? ਗੁਰੂ ਮਹਾਰਾਜ ਕਹਿੰਦੇ ਆ ਕਿ ਸੱਜਣ ਸੱਚਾ ਪਾਤਸ਼ਾਹ। ਸਾਡਾ ਸੱਜਣ ਕੌਣ ਆ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਲਈ ਉਹ ਪਾਤਸ਼ਾਹ ਹੈ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹੋ। ਜਿਹਦੇ ਕੋਲੇ ਬੈਠ ਕੇ ਸਾਨੂੰ ਸਾਰਿਆਂ ਦਾ ਵਿਸਾਹ ਭਰੋਸਾ ਭਾਵ ਕੇ ਬਣ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਕਿ ਭਾਈ ਇੱਕ ਪਾਤਸ਼ਾਹ ਉਹ ਨੇ, ਉਹਨਾਂ ਨੂੰ ਤੁਸੀਂ ਪਾਤਸ਼ਾਹ ਨਾ ਕਹੋ। ਕਿਹਨਾਂ ਨੂੰ ਪਾਤਸ਼ਾਹ ਨਾ ਕਹੋ ਮਹਾਰਾਜ ਜੀ? ਰਾਜੇ ਓਏ ਨਾ ਆਖੀ ਹੈ, ਉਹਨਾਂ ਨੂੰ ਤੁਸੀਂ ਪਾਤਸ਼ਾਹ ਨਾ ਕਹੋ। ਇਹ ਭੂਪਤ ਦਿਵਸ ਚਾਰ ਕੇ, ਇਹ 4 ਦਿਨ ਹੁੰਦੇ ਆ, 4 ਦਿਨਾਂ ਬਾਅਦ ਚਲੇ ਜਾਂਦੇ ਆ। ਮਹਾਰਾਜ ਕਹਿੰਦੇ ਨੇ ਕਿ ਰਾਜੇ ਓਏ ਨਾ ਆਖੀ ਹੈ, ਭਿੜ ਮਰੈ ਫਿਰ ਜੋਨੀ ਪਾਏ। ਇੱਥੇ ਭਿੜ ਭਿੜ ਕੇ ਮਰ ਕੇ ਚਲੇ ਜਾਂਦੇ ਨੇ, ਲੜਾਈ ਕਰ ਕਰਕੇ ਧੋਖੇ ਕਰ ਕੇ ਤੇ ਦੁਨੀਆ ਦੀ ਜਨਤਾ ਨੂੰ ਖਾ ਕੇ ਚਲੇ ਜਾਂਦੇ ਨੇ। ਇਹਨਾਂ ਨੂੰ ਤੁਸੀਂ ਰਾਜੇ ਨਾ ਕਹੋ। ਰਾਜੇ ਓਏ ਨਾ ਆਖੀਐ, ਭਿੜ ਮਰੈ ਫਿਰ ਜੋਨੀ ਪਾਹੇ। ਇੱਥੇ ਮਰੀ ਜਾਂਦੇ ਨੇ, ਭਿੜੀ ਜਾਂਦੇ ਨੇ, ਜੰਮਦੇ ਰਹਿੰਦੇ ਨੇ ਤੇ ਮਰਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਨਾਨਕ ਬਿਨ ਨਾਵੈ ਨੱਕੀ ਵੱਢੀ ਫਿਰੈ। ਬਿਨਾਂ ਵਾਹਿਗੁਰੂ ਦੇ ਨਾਮ ਤੋਂ ਇਹਨਾਂ ਦੇ ਨੱਕ ਵੱਢੇ ਜਾਂਦੇ ਨੇ। ਫਿਰ ਸੋਭਾ ਮੂਲ ਨਾ ਪਾਹੇ, ਮੁੜ ਕੇ ਇਹਨਾਂ ਨੂੰ ਕਦੇ ਸ਼ੋਭਾ ਨਹੀਂ ਮਿਲਦੀ। ਸਾਨੂੰ ਜ਼ਿੰਦਗੀ ਵਿੱਚ ਚੰਗੇ ਕਰਮ ਕਰਨ ਦਾ ਇੱਕ ਵਾਰੀ ਮੌਕਾ ਮਿਲਦਾ ਹੈ ਤੇ ਸਾਨੂੰ ਉਹ ਮੌਕਾ ਨਹੀਂ ਗਵਾਉਣਾ ਚਾਹੀਦਾ, ਜਿਵੇਂ ਕਿ ਸਾਨੂੰ ਹੁਣ ਜੀਵਨ ਮਿਲਿਆ ਹੋਇਆ ਹੈ। ਮਹਾਰਾਜ ਕਹਿੰਦੇ ਕਿ ਭਾਈ ਲੱਖ ਖੁਸ਼ੀਆਂ ਪਾਤਸ਼ਾਹੀਆਂ। ਹੁਣ ਤੈਨੂੰ ਕੋਈ ਮੈਂ ਸ਼ੁਭ ਮੌਕਾ ਦਿੱਤਾ, ਕੋਈ ਵੈਡਿੰਗ ਆ, ਕੋਈ ਬੱਚੇ ਦਾ ਜਨਮ ਦਿਨ ਆ, ਜਾਂ ਕੋਈ ਵੀ ਇਹੋ ਜਿਹਾ ਤੂੰ ਕਾਰਜ ਕਰ ਰਿਹਾ ਤੇ ਜਿੱਥੇ ਤੂੰ ਚਾਹੁੰਦਾ ਹੈ ਕਿ ਤੈਨੂੰ ਖੁਸ਼ੀਆਂ ਮਿਲਣ, ਜਿੱਥੇ ਕਿ ਤੈਨੂੰ ਰੱਜ ਮਿਲੇ, ਜਿੱਥੇ ਤੈਨੂੰ ਸਬਰ ਮਿਲੇ, ਸੰਤੋਖ ਮਿਲੇ, ਤੇਰੀ ਜ਼ਿੰਦਗੀ ਦੇ ਵਿੱਚ ਵਿਕਾਸ ਆਵੇ। ਨਾਨਕ ਭਗਤਾਂ ਸਦਾ ਵਿਕਾਸ, ਤੇਰੀ ਲਾਈਫ ਦੇ ਵਿੱਚ ਵਿਕਾਸ ਬਣਿਆ ਰਹੇ। ਪਰ ਮਹਾਰਾਜ ਕਹਿੰਦੇ ਨੇ ਭਈ ਜੇ ਸਤਿਗੁਰ ਨਦਰ ਕਰੇ। ਹੁਣ ਜਿਹੜਾ ਇਹ ਜੇ ਸਤਿਗੁਰ ਨਦਰ ਕਰੇ ਹੋ ਗਈ ਗੱਲ, ਇਹ ਕੀ ਗੱਲ ਹੋ ਗਈ? ਭਾਈ ਗੁਰਦਾਸ ਜੀ ਨੇ ਪੌੜੀ ਦੇ ਵਿੱਚ ਇਹ ਗੱਲ ਸਾਨੂੰ ਦੱਸ ਦਿੱਤੀ ਆ। ਉਹ ਕਹਿੰਦੇ ਕਿ ਪੁੱਤਰ, ਮੈਂ ਤੈਨੂੰ ਨਾ, ਮਾਂ ਤਾਂ ਤੇਰੀ ਹੈਗੀ ਆ, ਸਵਾਣੀ ਹਾਂ ਜਨਮ ਦੀਆਂ ਪਰ ਕੱਲੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਹੁਣ ਇਹ ਪ੍ਰਵਿਰਤੀ ਕਰਮ ਆ, ਜਿਹੜਾ ਪ੍ਰਵਿਰਤੀ ਕਰਮ ਦੇ ਵਿੱਚ ਦ੍ਰਿੜਤਾ ਨਹੀਂ ਹੈਗੀ। ਜਿਹੜੀ ਸਾਡੀ ਹੁਣ ਦੀ ਜ਼ਿੰਦਗੀ ਚੱਲ ਰਹੀ ਆ, ਜੋ ਸਾਡਾ ਅੱਜ ਦਾ ਸਮਾਂ ਚੱਲ ਰਿਹਾ, ਇਹਦੇ ਵਿੱਚ ਸਾਡੇ ਕਰਮਾਂ ਦੇ ਵਿੱਚ ਦ੍ਰਿੜਤਾ ਨਹੀਂ ਹੈਗੀ ਕਿ ਸਾਨੂੰ ਗੁਰਬਾਣੀ ਦਾ ਪੱਕਾ ਵਿਸ਼ਵਾਸ ਬਣ ਜਾਵੇ। ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ। ਮਹਾਰਾਜ ਕਹਿੰਦੇ ਨੇ ਕਿ ਭਾਈ ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹਨੂੰ ਦ੍ਰਿੜਤਾ ਕਹਿੰਦੇ ਆ। ਨਾ ਹੀ ਸਾਡੇ ਕੋਲੇ ਇਹ ਰਾਜ ਆ, ਉਦਮ ਆ। ਕਿਸ ਉਦਮ ਤੇ ਰਾਜ ਮਿਲੇ, ਕਿਸ ਉਦਮ ਤੇ ਉਹ ਸਟੇਟ ਆਫ ਮਾਈਂਡ ਮਿਲੇ, ਜਿੱਥੇ ਮਹਾਰਾਜ ਕਹਿੰਦੇ ਨੇ ਕਿ ਭਾਈ ਜਿੱਥੇ ਅਸੀਂ ਉਸ ਵਾਹਿਗੁਰੂ ਦੀ ਨਦਰ ਦੇ ਪਾਤਰ ਹੋ ਜਾਈਏ। ਗੁਰੂ ਮਹਾਰਾਜ ਨੇ ਸਾਨੂੰ ਇੱਕ ਨਦਰ ਦੀ ਉਹ ਐਗਜ਼ੈਂਪਲ ਦਿੱਤੀ ਆ, ਜਿਹੜੇ ਕਿ ਕਿਸੇ ਵਕਤ ਨੀਵੀਂ ਥਾਂ 'ਤੇ ਸੀ, ਪਰ ਅਸੀਂ ਵਾਹਿਗੁਰੂ ਨੂੰ ਭੁੱਲਣ ਕਰਕੇ, ਅਸੀਂ ਪਤਿਤ ਹੋਏ ਹੋਣ ਕਰਕੇ ਸਾਡੇ ਕੋਲੇ ਇਹ ਕਰਮ ਦੀ ਦ੍ਰਿੜਤਾ ਨਹੀਂ ਹੈਗੀ ਅਤੇ ਨਾ ਹੀ ਉਦਮ ਹੈਗਾ ਆ। ਪਰ ਨਦਰ ਉਸ ਵਾਹਿਗੁਰੂ ਦੀ ਸਭ ਦੇ ਉੱਤੇ ਹੁੰਦੀ ਆ। ਹੁਣ ਜਿਹੜਾ ਇਹ ਜੇ ਸ਼ਬਦ ਆ, ਉਹਨੂੰ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਕਿਸੇ ਹੋਰ ਥਾਂ ਦੇ ਉੱਤੇ ਐਕਸਪਲੇਨ ਕੀਤਾ ਹੋਇਆ। ਉਹ ਕਹਿੰਦੇ ਨੇ ਕਿ ਭਾਈ ਆਪੇ ਭਾਂਡੇ ਸਾਜੀਆਂ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਹੀ ਭਾਂਡਿਆਂ ਨੂੰ ਸਾਜਦਾ। ਭਾਂਡੇ ਦਾ ਮਤਲਬ ਸਾਡੇ ਅੰਤਸ਼ਕਰਨਾਂ ਨੂੰ ਸਾਜਦਾ ਆ, ਹੈ ਨਾ। ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇ, ਅਤੇ ਉਹਦੇ ਵਿੱਚ ਇਨਸਾਨ ਨੂੰ ਉਹ ਪੂਰਨਤਾ ਦਿੰਦਾ, ਕੰਪਲੀਟਨੈਸ ਦਿੰਦਾ ਆ। ਜਿਵੇਂ ਕਿ ਭਗਤ ਧਰੂ ਜੀ ਨੂੰ ਦਿੱਤੀ, ਭਗਤ ਪ੍ਰਹਿਲਾਦ ਜੀ ਨੂੰ ਦਿੱਤੀ। ਕਿਉਂਕਿ ਜੋ ਕਿਛ ਪਾਇਆ
ਸੋ ਏਕਾ ਵਾਰ। ਉਹ ਵਾਹਿਗੁਰੂ ਸਾਨੂੰ ਇੱਕ ਵਾਰੀ ਭਰ ਕੇ ਭੇਜਦਾ ਆ, ਪਰ ਅਸੀਂ ਜਿਵੇਂ ਜਿਵੇਂ ਪ੍ਰੋਗਰਾਮ ਹੁੰਦੇ ਜਾਂਦੇ ਹਾਂ, ਜਿਵੇਂ ਜਿਵੇਂ ਅਸੀਂ ਆਪਦੇ ਆਪ ਨੂੰ ਕੱਸਦੇ ਜਾਂਦੇ ਹਾਂ, ਤਣਦੇ ਜਾਂਦੇ ਹਾਂ, ਆਪਦੇ ਆਪ ਨੂੰ ਬੰਧਨਾਂ ਦੇ ਵਿੱਚ ਬੰਨ੍ਹਦੇ ਜਾਂਦੇ ਹਾਂ, ਅਤੇ ਸਾਡੀ ਜਿਹੜੀ ਉਹ ਪੂਰਨਤਾ ਤਾਕਤ ਆ ਜਿਹੜੀ ਉਹ ਕਮਜ਼ੋਰੀ ਦੇ ਵਿੱਚ ਬਦਲਦੀ ਜਾਂਦੀ ਆ, ਅਤੇ ਇਨਸਾਨ ਦੇ ਜਿਹੜੇ ਗੁਣ ਨੇ ਉਹ ਗਲਦੇ ਜਾਂਦੇ ਆ। ਪਰ ਮਹਾਰਾਜ ਨੇ ਸਾਨੂੰ ਪੂਰਨਤਾ ਦੇ ਕੇ ਤੋਰਿਆ ਹੋਇਆ, ਸਾਨੂੰ ਮਹਾਰਾਜ ਇਨੋਸੈਂਸ ਦੇ ਕੇ ਤੋਰਦਾ, ਆਪਣੀ ਜੀਵਨ ਜਾਂਚ ਦੇ ਕੇ ਭਰ ਕੇ ਤੋਰਦਾ ਇਸ ਸੰਸਾਰ ਦੇ ਉੱਤੇ। ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇਕਨੀ ਦੁੱਧ ਸਮਾਈ ਹੈ। ਇੱਕ ਭਾਂਡਿਆਂ ਦੇ ਵਿੱਚ ਉਹ ਵਾਹਿਗੁਰੂ ਦੁੱਧ ਸਮਾ ਦਿੰਦਾ ਆ। ਦੁੱਧ ਦਾ ਮਤਲਬ ਹੋ ਗਿਆ ਕਿ ਗਿਆਨ ਸਮਾ ਦਿੰਦਾ, ਸਾਵਰ ਸਮਾ ਦਿੰਦਾ, ਸੰਤੋਖ ਸਮਾ ਦਿੰਦਾ, ਹੋਰ ਸ਼ੁਭ ਗੁਣਾਂ ਨੂੰ ਸਮਾ ਦਿੰਦਾ। ਇਕਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜ੍ਹੇ। ਇੱਕ ਭਾਂਡੇ ਇੱਦੇ ਹੁੰਦੇ ਨੇ ਜਿਹੜੇ ਤਪੇ ਰਹਿੰਦੇ ਨੇ, ਸਾਰਾ ਦਿਨ ਚੁੱਲ੍ਹੇ 'ਤੇ ਚੜ੍ਹੇ ਰਹਿੰਦੇ ਨੇ, ਭਾਵ ਕਿ ਉਹ ਗਲਦੇ ਰਹਿੰਦੇ ਨੇ, ਸੜਦੇ ਰਹਿੰਦੇ ਨੇ, ਮੱਚਦੇ ਰਹਿੰਦੇ ਆ। ਪਰ ਭਾਈ ਜੇ ਤੇਰੇ ਵਿੱਚ ਦੁੱਧ ਸਮਾਇਆ ਹੋਇਆ ਨਾ, ਤੂੰ ਵਾਹਿਗੁਰੂ ਦਾ ਸ਼ੁਕਰਾਨਾ ਕਰ। ਭਾਈ ਜੇ ਤੂੰ ਤਪ ਰਿਹਾ, ਫਿਰ ਵੀ ਤੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਵਾਹਿਗੁਰੂ ਜੀ ਮੈਨੂੰ ਮੱਤ ਦੇ, ਮੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਜਲ ਰਹੀ ਆ, ਪਰਮਾਤਮਾ ਜੀ ਮੈਨੂੰ ਮੱਤ ਦੇ ਕਿ ਇਹ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਕਿ ਮੇਰੀ ਅੰਦਰੋਂ ਤ੍ਰਿਸ਼ਨਾ ਬੁਝ ਜਾਵੇ। ਹੁਣ ਉਹ ਜੇ ਦਾ ਸਵਾਲ ਦਾ ਆਨਸਰ ਮਹਾਰਾਜ ਨੇ ਇੱਥੇ ਦਿੱਤਾ ਕਿ ਇੱਕ ਨਿਹਾਲੀ ਪੈ ਸਵਨ, ਇੱਕ ਨਿਹਾਲੀ ਪਿਆ ਆਨੰਦ ਦੇ ਵਿੱਚ ਰਾਜਾ ਬਣ ਕੇ ਪਿਆ ਆ, ਸੁੱਤਾ ਪਿਆ ਆ। ਸੀਨ ਦਿੰਦੇ ਆ ਮਹਾਰਾਜ, ਹੈ ਨਾ, ਕਿ ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਇੱਕ ਉਹਦੇ ਉੱਤੇ ਪੱਖਾ ਕਰ ਰਿਹਾ ਖੜਾ ਇਨਸਾਨ, ਹੈ ਨਾ, ਭਾਵ ਕਿ ਸੁੱਤੇ ਪਏ ਦੀ ਸੇਵਾ ਕਰ ਰਿਹਾ, ਨਿਗਰਾਨੀ ਕਰ ਰਿਹਾ। ਪਰ ਹੁਣ ਇਹ ਉਸ ਵਾਹਿਗੁਰੂ ਦੀ ਨਿਗਾਹ ਦੀ ਗੱਲ ਆ। ਤਿਨਾ ਸਵਾਰੇ ਨਾਨਕਾ, ਜਿਹੜੇ ਭਾਂਡੇ ਪਾਤਰਤਾ ਦੇ ਪੱਧਰ ਤੱਕ ਪਹੁੰਚ ਗਏ, ਤਿਨਾ ਸਵਾਰੇ ਨਾਨਕਾ, ਇਹ ਹੁਣ ਉਹਦੀ ਨਜ਼ਰ ਦੀ ਗੱਲ ਆ। ਉਹਨੇ ਭਾਂਡੇ ਦੀ ਪਾਤਰਤਾ ਦੇਖਣੀ ਆ, ਉਹਨੇ ਇਹ ਨਹੀਂ ਦੇਖਣਾ ਕਿ ਇਹ ਜਿਹੜਾ ਸੁੱਤਾ ਪਿਆ ਇਹਦੇ ਭਾਂਡੇ 'ਚ ਪਾਈ ਸੀ ਉਹਨੇ ਪਾਤਰਤਾ, ਪਰ ਉਹਨੇ ਲੂਜ਼ ਕਰ ਲਈ ਆ। ਪਰ ਦੂਜੇ ਭਾਂਡੇ ਨੇ ਪਾਤਰਤਾ ਬਣਾਈ ਜਿਹੜਾ ਉੱਪਰ ਖੜਾ, ਪਰ ਇਹ ਵਾਹਿਗੁਰੂ ਦੀ ਪਾਤਰਤਾ ਤੇ ਨਦਰ ਦੇ ਉੱਤੇ ਡਿਪੈਂਡ ਆ। ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ, ਉਹਦੀ ਨਦਰ ਉਸ ਭਾਂਡੇ 'ਤੇ ਪਊਗੀ ਜਿਹੜੇ ਭਾਂਡੇ ਦੇ ਵਿੱਚ ਭਾਈ ਦੁੱਧ ਸਮਾਇਆ ਹੋਇਆ, ਜਿਹੜੇ ਭਾਂਡੇ ਦੇ ਵਿੱਚ ਸਬਰ ਸਮਾਇਆ ਹੋਇਆ, ਜਿਹੜੇ ਭਾਂਡੇ ਦੇ ਵਿੱਚ ਸੰਤੋਖ ਗਿਆਨ ਗੁਰੂ ਦੀ ਮੱਤ ਸਮਾਈ ਹੋਈ ਆ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜੇ ਇਹ ਗੁਣ ਨੇ, ਇਹ ਸ਼ੁਭ ਗੁਣਾਂ ਨੂੰ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਹੀ ਕੀ ਆ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਆਪਾਂ ਨੂੰ ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਉਹਨਾਂ ਦੀ ਕਮਾਈ ਦੱਸੀ ਆ। ਜੇ ਤੂੰ ਤੇਰੀ ਜ਼ਿੰਦਗੀ ਵਿੱਚ ਲੱਖ ਖੁਸ਼ੀਆਂ ਪਾਤਸ਼ਾਹੀਆਂ ਲੈ ਕੇ ਆਉਣਾ ਚਾਹੁੰਦਾ, ਆਪਣੀ ਪਾਤਰਤਾ ਨੂੰ ਵੱਡਾ ਕਰ। ਜਿਹੜੀਆਂ ਗੱਲਾਂ ਤੈਨੂੰ ਵਾਹਿਗੁਰੂ ਤੋਂ ਦੂਰ ਲੈ ਕੇ ਜਾਂਦੀਆਂ ਨੇ, ਉਹਨਾਂ ਨੂੰ ਅੱਜ ਹੀ ਵਿਸਾਰ ਦੇ। ਜਾਲੋਂ ਐਸੀ ਰੀਤ, ਉਹ ਰੀਤ ਹੀ, ਉਹ ਪਰੰਪਰਾ ਹੀ ਸਾੜ ਦੇ ਜਿਹੜੀ ਤੈਨੂੰ ਵਾਹਿਗੁਰੂ ਤੋਂ ਦੂਰ ਲੈ ਕੇ ਜਾਂਦੀ ਆ। ਅਤੇ ਆਪਦੇ ਜੀਵਨ ਨੂੰ ਸੱਚ ਦੇ ਸਵਾਉ ਤੱਕ ਰੱਖ, ਆਪਦੇ ਜੀਵਨ ਨੂੰ ਸਵਾਰਥ ਤੱਕ ਰੱਖ। ਜਿੱਥੇ ਤੈਨੂੰ ਸੱਚ ਮਿਲਦਾ ਉੱਥੇ ਤੂੰ ਆਪਦਾ ਕੰਮ ਚਲਾ, ਨਹੀਂ ਤੂੰ ਮਤਲਬ ਹੋਰ ਪਾਸੇ ਸਮਾਂ ਨਾ ਵੇਸਟ ਕਰ। ਆਸਾ ਸੱਭੇ ਲਾਏ ਕੇ ਪਰਮਾਤਮਾ ਦੀ ਆਸ ਰੱਖ, ਅਤੇ ਮਨ ਨੂੰ ਪਿਆਰ ਨਾਲ ਸਮਝਾਇਆ ਕਰ, ਮਨ ਮੇਰੇ ਕਰਤੇ ਨੂੰ ਸਾਲਾਹੀ। ਅਤੇ ਜਦੋਂ ਇਹ ਪਿਆਰ ਦੇ ਨਾਲ ਮੰਨਣ ਲੱਗ ਗਿਆ, ਕਈ ਵਾਰੀ ਇਹ ਪਾਠ ਕਰਨ 'ਚ ਲੱਗਦਾ, ਕਈ ਵਾਰੀ ਇਹ ਕੀਰਤਨ ਸੁਣਨ 'ਚ ਲੱਗਦਾ, ਕਈ ਵਾਰੀ ਇਹ ਨਾਮ ਜਪਣ 'ਚ ਲੱਗਦਾ। ਇਹਨੂੰ ਬਿਜੀ ਰੱਖਿਆ ਕਰ, ਕਦੇ ਕਿਤੇ ਕਦੇ ਕਿਤੇ, ਕਿਸੇ ਨਾ ਕਿਸੇ ਪਾਸੇ ਕਰਕੇ ਨਾ ਇਹਨੂੰ ਬਿਜੀ ਰੱਖਿਆ ਕਰ ਕਿ ਇਹ ਉੱਧਰ ਨੂੰ ਲੱਗਿਆ ਰਹੇ। ਫਿਰ ਇਹਦੀ ਮਤ ਜਦੋਂ ਜਿਵੇਂ ਹੀ ਇਹਦੇ ਮਨ ਵਿੱਚ ਗੱਲ ਆ ਗਈ, ਫਿਰ ਇਹਨੇ ਸਿਆਣਪਾਂ ਵੀ ਛੱਡ ਦੇਣੀਆਂ ਨੇ, ਅਤੇ ਗੁਰੂ ਦੇ ਚਰਨਾਂ ਵਿੱਚ, ਗੁਰੂ ਦੇ ਪੈਰਾਂ ਦੇ ਵਿੱਚ, ਭਾਵ ਕਿ ਗੁਰੂ ਦੇ ਪੈਰੀਂ ਲੱਗ ਜਾਏਗਾ। ਗੁਰੂ ਦੇ ਪੈਰੀਂ ਲੱਗਣਾ ਕਿ ਗੁਰੂ ਦੇ ਰਸਤੇ ਦੇ ਉੱਤੇ ਲੱਗ ਜਾਏਗਾ। ਅਤੇ ਮਹਾਰਾਜ ਕਹਿੰਦੇ ਨੇ ਭਾਈ ਇਸ ਤਰ੍ਹਾਂ ਜਿਵੇਂ ਜਿਵੇਂ ਤੇਰੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਵੱਧਦੀਆਂ ਜਾਣਗੀਆਂ, ਫਿਰ ਤੇਰਾ ਮਨ ਇੱਕ ਸਿਉ ਮਨ ਮਾਨਿਆ। ਜਦੋਂ ਹੀ ਇਹ ਮਨ ਉਸ ਵਾਹਿਗੁਰੂ ਦੇ ਨਾਲ ਮੰਨੇਗਾ ਨਾ, ਇੱਕ ਸਿਉ ਮਨ ਮਾਨਿਆ, ਤਾਂ ਹੋਆ ਨਿਹਚਲ। ਇਹ ਜਿਹੜਾ ਭਟਕਦਾ ਫਿਰਦਾ, ਜਿਹੜਾ ਡਿਸਟਰੈਕਟਡ ਫਿਰਦਾ, ਜਿਹੜਾ ਚੌਂ ਘੁੰਟਾਂ 'ਚ ਫਿਰਦਾ, ਜਿਹੜਾ
ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਕਦੇ ਘਰੇ ਹੀ ਨਹੀਂ ਵੜਦਾ ਹੈ ਨਾ। ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ, ਜਿਹੜਾ ਦੇਸ ਪਰਾਇਆਂ ਦੇ ਵਿੱਚ ਫਿਰਦਾ ਅਤੇ ਜਿਹੜਾ ਦੁੱਖ ਕੀਆਂ ਪੰਡਾਂ ਖੁੱਲੀਆਂ, ਜਿਹੜਾ ਹਰੇਕ ਦੇ ਮੂਹਰੇ ਦੁੱਖ ਖੋਲ੍ਹਦਾ ਰਹਿੰਦਾ ਆ ਹੈ ਨਾ। ਸੁੱਖ ਨਾ ਨਿਕਸਿਓ ਕੋਈ, ਜਿਹਦੇ ਵਿੱਚ ਇੱਕ ਵੀ ਸੁੱਖ ਨਹੀਂ ਹੋਇਆ ਵਸਿਆ ਹੋਇਆ, ਉਹ ਕੀ ਆ ਜਾਂਦਾ, ਨਿਹਚਲ ਟਿਕ ਜਾਂਦਾ ਆ, ਅਚਲ ਹੋ ਜਾਂਦਾ। ਅਤੇ ਮਹਾਰਾਜ ਕਹਿੰਦੇ ਨੇ ਫਿਰ ਉਸ ਟਿਕੇ ਹੋਏ ਮਨ ਨੂੰ ਸੱਚ ਦੀ ਟੇਕ ਆ ਜਾਂਦੀ ਆ। ਅਤੇ ਉਸ ਮਨ ਦੇ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਉਹ ਜਨਮ ਸਫਲ ਕਰਕੇ ਜਾਂਦਾ ਆ। ਗੁਰੂ ਦੀ ਕਿਰਪਾ ਦੇ ਨਾਲ ਮਹਿਲ ਪ੍ਰਾਪਤ ਕਰ ਲੈਂਦਾ, ਆਪਦੀ ਅਚੀਵਮੈਂਟ ਪ੍ਰਾਪਤ ਕਰ ਲੈਂਦਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਜਿਹੜੀ ਉਹਨੂੰ ਪ੍ਰਾਪਤ ਇਹ ਪਦਾਰਥ ਮਿਲਿਆ ਹੋਇਆ ਉਹਨੂੰ ਮੱਥੇ 'ਤੇ ਲਿਖ ਲੈਂਦਾ, ਆਪਦੇ ਹਿਰਦੇ 'ਤੇ ਲਿਖ ਲੈਂਦਾ ਅਤੇ ਆਪਦੀ ਜਨਮ ਮਰਨ ਦੇ ਚੱਕਰ ਨੇ ਜਿਹੜੇ ਉਹ ਕੱਢ ਲੈਂਦਾ। ਨਿਹਚਲ ਹੋਏ ਮਨ ਦੇ ਵਿੱਚ ਹੀ ਜੀ ਜਿਹੜੀਆਂ ਖੁਸ਼ੀਆਂ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਟਿਕਦੀਆਂ ਨੇ। ਅਤੇ ਪਾਤਸ਼ਾਹੀਆਂ ਕੀ ਆ, ਜਦੋਂ ਗੁਰੂ ਸਾਨੂੰ ਸਿਫਤ ਸਲਾਹ ਬਖਸ਼ ਦਿੰਦਾ। ਵਾਹਿਗੁਰੂ ਦਾ ਸ਼ੁਕਰਾਨਾ ਹੀ ਲੱਖ ਖੁਸ਼ੀਆਂ ਅਤੇ ਪਾਤਸ਼ਾਹੀਆਂ ਨੇ। ਪਾਤਸ਼ਾਹੀਆਂ ਤੋਂ ਕਿਤੇ ਜ਼ਿਆਦਾ ਪਾਤਸ਼ਾਹੀਆਂ ਨੇ ਜੇ ਸਤਿਗੁਰ ਨਦਰ ਕਰੇ। ਜਿਵੇਂ ਹੀ ਭਾਈ ਤੇਰੀ ਪਾਤਰਤਾ ਵੱਧਦੀ ਆ ਅਤੇ ਉਹ ਸਤਿਗੁਰੂ ਦੀ ਨਦਰ ਦੇ ਤੇਰੀ ਪਾਤਰਤਾ ਕਾਬਲ ਹੋ ਜਾਂਦੀ ਆ, ਅਤੇ ਫਿਰ ਉਹ ਪਰਮਾਤਮਾ ਤੇਰੇ ਹਿਰਦੇ ਵਿੱਚ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਇਹ ਇੱਕ ਸਟੇਜ ਆ ਮਾਈਂਡ ਦੀ, ਜਦੋਂ ਮਨ ਸਾਡਾ ਜਾਗਰਤ ਹੋ ਕੇ ਕਰਮ ਖੰਡ ਦੇ ਵਿੱਚ ਜਾਂਦਾ। ਕਰਮ ਖੰਡ ਦਾ ਮਤਲਬ ਬਖਸ਼ਿਸ਼ ਖੰਡ ਦੇ ਵਿੱਚ ਜਾਂਦਾ। ਅਤੇ ਬਖਸ਼ਿਸ਼ ਖੰਡ ਦੇ ਵਿੱਚ ਜਦੋਂ ਇਹ ਮਨ ਪਹੁੰਚਦਾ ਆ ਅਤੇ ਫਿਰ ਮਹਾਰਾਜ ਕਹਿੰਦੇ ਨੇ ਕਿ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਭਰਿਆ ਹੋਇਆ। ਤਿੱਥੈ ਉੱਥੇ ਕੌਣ ਜਾਂਦੇ ਨੇ, ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੋਈ ਆ। ਸੀਤੋ ਸੀਤਾ ਦਾ ਤੁੰਨ ਕੇ ਭਰਿਆ ਹੁੰਦਾ ਉਹਨਾਂ ਦੇ ਵਿੱਚ। ਮਹਿਮਾ ਮਾਹੇ, ਉਹ ਮਹਿਮਾ ਦੇ ਨਾਲ ਸੀਤੇ ਹੁੰਦੇ ਆ, ਪੂਰਾ ਹਿਰਦਾ ਉਹਨਾਂ ਦਾ ਮਹਿਮਾ ਦੇ ਨਾਲ ਭਰਿਆ ਹੁੰਦਾ, ਅਕਾਲ ਉਸਤਤ ਦੇ ਨਾਲ ਭਰਿਆ ਹੁੰਦਾ, ਵਡਿਆਈ ਦੇ ਨਾਲ ਭਰਿਆ ਹੁੰਦਾ, ਸਿਫਤ ਸਲਾਹ ਦੇ ਨਾਲ ਭਰਿਆ ਹੁੰਦਾ। ਅਤੇ ਜਿਹੜੇ ਉਹਨਾਂ ਦੇ ਰੂਪ ਨੇ ਮਹਾਰਾਜ ਕਹਿੰਦੇ ਨਾ ਕਥਨੇ ਚਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ। ਉਹ ਨਾ ਮਰਦੇ ਆ, ਨਾ ਉਹਨਾਂ ਤੋਂ ਕੋਈ ਉਹ ਨਾਮ ਧਨ ਲੁੱਟ ਸਕਦਾ ਆ। ਅਤੇ ਮਹਾਰਾਜ ਕਹਿੰਦੇ ਨੇ ਕਿ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਜੇ ਭਾਈ ਤੂੰ ਇਹ ਮਨ ਤਨ ਸੀਤਲ ਕਰਨਾ ਚਾਹੁੰਦਾ ਤਾਂ ਆਪਦੀ ਪਾਤਰਤਾ ਵਧਾ। ਇਹ ਵੀਰ ਜੀ ਜਿਹੜਾ ਇਹ ਸ਼ਬਦ ਸੀਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੋ ਗ੍ਰੰਥੀ ਸਿੰਘ ਜਾਂ ਕੀਰਤਨੀਏ ਸਿੰਘ ਪੜ੍ਹਦੇ ਆ